ਪਰ ਜਿੰਨੀਆਂ ਸਮੱਸਿਆਵਾਂ ਪ੍ਰਚਾਰ ਦੇ ਸੰਬੰਧ ਵਿੱਚ ਹੋਰ ਗੱਲਾਂ ਇੱਥੇ ਹੋਈਆਂ, ਇਹਨਾਂ ਦਾ ਹੱਲ ਅਮਲੀ ਤੌਰ 'ਤੇ ਤੁਸੀਂ ਹੀ ਆਪਣੇ ਉਦਮਾਂ ਰਾਹੀਂ, ਆਪਣੀ ਦੂਰਅੰਦੇਸ਼ੀ ਰਾਹੀਂ, ਆਪਣੇ ਗਿਆਨ ਦੀ ਕਮਾਈ ਰਾਹੀਂ ਸਾਹਮਣੇ ਲਿਆਉਣਾ ਹੈ। ਮੈਂ ਉਸੇ ਸੰਦਰਭ ਵਿੱਚ ਬੇਨਤੀ ਕਰਨੀ ਹੈ। ਗੁਰੂ ਸਾਹਿਬ ਦੇ ਸਾਹਮਣੇ ਵੀ ਜਦੋਂ ਪ੍ਰਚਾਰ ਸਮੱਸਿਆ ਸੀ, ਚੜ੍ਹਿਆ ਸੋਧਣ ਧਰਤ ਲੁਕਾਈ, ਤਾਂ ਉਹ ਪ੍ਰਚਾਰ ਵਾਸਤੇ ਹੀ ਤੁਰੇ ਸੀ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਬਖਸ਼ਿਸ਼ ਦਾ ਪਾਤਰ ਬਣਾ ਕੇ ਲਿਵਲੀਨਤਾ ਹਾਸਿਲ ਕੀਤੀ ਸੀ ਉਸ ਦੈਵੀ ਗਿਆਨ ਦੀ ਕਮਾਈ ਨਾਲ। ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ, ਗਰੀਬੀ ਪਾਈ ਤੇ ਫਿਰ ਤੁਰਿਆ ਸੀਗਾ। ਜਦੋਂ ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਤੇ ਗੱਲ ਇਹ ਸੀ ਵੀ ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਅੱਜ ਜਿੰਨਾ ਵੀ ਇੱਥੇ ਚਰਚਾ ਹੋਇਆ, ਇਹਦੇ ਵਿੱਚ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਨੀ ਆ। ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰਿ ਜਾਵੈ। ਬਾਣੀ ਨੇ ਇੱਕ ਵਾਰੀ ਨਹੀਂ, ਕਈ ਵਾਰੀ ਇਹ ਫੈਸਲੇ ਸੁਣਾਏ ਨੇ ਵੀ ਆਪ ਜਪੋ ਫਿਰ ਅਵਰਾ ਨਾਮ ਜਪਾਓ ਦੀ ਗੱਲ ਹੈ। ਸੁਨਤ ਕਹਿਤ ਰਹਿਤ ਫਿਰ ਗਤ ਪਾਵੋ ਦੀ ਗੱਲ ਹੈ, ਉਸ ਤੋਂ ਪਹਿਲਾਂ ਨਹੀਂ ਹੈ। ਦੂਸਰੀ ਗੱਲ, ਗੁਰੂ ਸਾਹਿਬ ਦੇ 10 ਜਾਮਿਆਂ ਵਿੱਚ ਜੋਤ ਓਹਾ ਜੁਗਤ ਸਾਏ ਦਾ ਵੀ ਸੱਚ ਸਾਡੇ ਸਾਹਮਣੇ ਹੈ। ਪਰ ਇਹ ਗੱਲ ਧਿਆਨ ਵਿੱਚ ਰੱਖ ਲਈਏ ਕਿ ਜੋਤ ਤੇ ਜੁਗਤ ਸਿਧਾਂਤਕ ਰੂਪ ਦੇ ਵਿੱਚ ਸਾਹਮਣੇ ਹੈ, ਪਰ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਆਪਣੀ ਜੁਗਤ ਦੇ ਰੂਪ ਜਿਹੜੇ ਨੇ ਉਹ ਸਮੇਂ ਦੇ ਹਾਣ ਦੇ ਬਣਾਏ ਨੇ। ਮੈਂ ਇਹਦੀ ਵਿਆਖਿਆ ਨਹੀਂ ਕਰਾਂਗਾ, ਇਹਦੀ ਚਰਚਾ ਤੁਹਾਡੇ ਆਪਣੇ ਜ਼ਿਹਨ ਵਿੱਚ ਇਹਨਾਂ ਕਾਲਜਾਂ ਦੇ ਸੰਸਥਾਵਾਂ ਦੇ ਵਿੱਚ ਹੋਣੀ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਸਰਬ ਕਲਾ ਸਮਰੱਥ ਹੋਣ ਦੇ ਬਾਵਜੂਦ, ਜੋਤ ਰੂਪ ਗੁਰੂ ਨਾਨਕ ਰੱਬੀ ਜੋਤ ਦੇ ਨਾਲ ਪ੍ਰਕਾਸ਼ੇ ਹੋਏ ਹੋਣ ਦੇ ਬਾਵਜੂਦ, ਬਾਕੀ ਵੀ 9 ਪਾਤਸ਼ਾਹ ਜਿਹੜੇ ਨੇ ਉਸੇ ਹੀ ਜੋਤ ਨਾਲ ਪ੍ਰਕਾਸ਼ੇ ਹੋਏ ਬਾਵਜੂਦ ਜੁਗਤ ਨੂੰ ਉਸੇ ਨੂੰ ਲੈ ਕੇ ਅੱਗੇ ਤੁਰੇ ਨੇ, ਤਾਂ ਰੂਪ ਤੇ ਬਦਲੇ ਨੇ। ਉਹ ਕਿਸ ਰੂਪ 'ਚ ਬਦਲੇ ਨੇ, ਇਹਨਾਂ ਦੀ ਚਰਚਾ ਤੁਹਾਨੂੰ ਕਰਨੀ ਹੀ ਪਵੇਗੀ, ਸਮਝਣਾ ਪਵੇ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ, ਪ੍ਰਚਾਰਕ ਨੇ ਜੇ ਪ੍ਰਚਾਰ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਹਰ ਪੱਖ ਤੋਂ ਸਮੇਂ ਦਾ ਹਾਣੀ ਬਣਾਉਣ ਦੀ ਜਾਚ ਸਿੱਖਣੀ ਪਏਗੀ। ਗਿਆਨ ਦੇ ਖੇਤਰ ਵਿੱਚ ਖਾਸ ਤੌਰ 'ਤੇ ਜੇ ਤੁਸੀਂ ਪ੍ਰਚਾਰਕ ਕਹਾਉਣ ਵਾਲੇ ਆਪਣੇ ਆਪ ਨੂੰ ਸਮੇਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਤੁਹਾਡੇ ਆਲੇ ਦੁਆਲੇ ਗਿਆਨ ਦੇ ਪੱਖ ਤੋਂ, ਜੇ ਤੁਹਾਨੂੰ ਉਹਦੀ ਸਮਝ ਪ੍ਰਾਪਤ ਕਰਨ ਦੀ ਰੁਚੀ ਪੈਦਾ ਨਹੀਂ ਹੁੰਦੀ, ਉਹ ਤੋਂ ਤੁਸੀਂ ਅਵੇਸਲੇ ਹੋ, ਤਾਂ ਯਾਦ ਰੱਖਿਓ ਕਦੀ ਵੀ ਕਾਮਯਾਬ ਨਹੀਂ ਹੋ ਸਕੋਗੇ ਤੁਸੀਂ ਇਸ ਪ੍ਰਚਾਰ ਦੇ ਖੇਤਰ ਵਿੱਚ। ਮੈਂ ਆਪਣੇ ਜੀਵਨ ਦੇ ਵਿੱਚ ਇਸ ਪੱਖੋਂ ਬਹੁਤ ਸਪਸ਼ਟ ਹਾਂ ਤੇ ਮੈਨੂੰ ਕੋਈ ਭਰਮ ਭੁਲੇਖਾ ਨਹੀਂ। ਅੱਜ ਜਿਸ ਤਰ੍ਹਾਂ ਦੀ ਪੀੜਾ ਦਾ, ਪ੍ਰਚਾਰਕਾਂ ਦੀ ਪੀੜਾ ਦਾ ਇੱਥੇ ਇਜ਼ਹਾਰ ਕੀਤਾ ਗਿਆ ਹੈ, ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਗਿਆਨ ਦੇ ਪੱਖੋਂ ਸਮੇਂ ਦਾ ਹਾਣੀ ਨਹੀਂ ਬਣਾ ਪਾ ਰਹੇ। ਅਸੀਂ ਆਪਣੇ ਆਪ ਨੂੰ ਸਿੱਖ ਇਤਿਹਾਸ, ਗੁਰ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਹੀ ਸੀਮਤ ਰੱਖਿਆ ਪਿਆ ਹੈ।
मैं आप मिशनरी कॉलेज विचों पढ़न तो बाद 10वीं पास की हुई सी, मैट्रिक सी उस वेले। ये संताप चलिया जिसने मैनू अंदरों झंझोड़ के हलूण के दुनियावी विद्या पढ़न दे लई ਤਿਆਰ ਕੀਤਾ। ਜਦੋਂ ਮੈਨੂੰ ਬੰਬੇ ਵਿੱਚ ਰਹਿੰਦਿਆਂ ਪੜ੍ਹਾਉਣ ਦਾ ਮੈਨੂੰ ਸ਼ੁਰੂ ਤੋਂ ਹੀ ਮਹਾਰਾਜ ਨੇ ਦਾਤ ਦੇ ਦਿੱਤੀ ਸੀ, ਅਤੇ ਚੌਥੀ ਦੇ ਵਿੱਚ ਪੜ੍ਹਦਾ ਇੱਕ ਵਿਦਿਆਰਥੀ ਗੁਰਸਿੱਖ ਪਰਿਵਾਰ ਦਾ, ਜਿਹੜੇ ਕੌਨਵੈਂਟ ਸਕੂਲਾਂ 'ਚ ਪੜ੍ਹਨ ਵਾਲੇ, ਉਹਨਾਂ ਨੂੰ ਪੰਜਾਬੀ ਪੜ੍ਹਾਉਣ ਦਾ, ਕੀਰਤਨ ਸਿਖਾਉਣ ਦਾ ਮੈਨੂੰ ਉਸ ਵੇਲੇ ਮੌਕਾ ਮਿਲਿਆ ਸੀ। ਮੈਂ ਆਪਣੇ ਤੁਹਾਡੇ ਅੰਦਰ ਉਹ ਗੱਲ ਜਿਹੜੀ ਆਪਣੇ ਅੰਦਰ ਦੀ ਕਿੱਥੇ ਪਈ ਹੈ, ਮਿਸ਼ਨਰੀ ਕਾਲਜ ਵਿੱਚ ਪੜ੍ਹਨ ਤੋਂ ਬਾਅਦ ਵੀ ਮੇਰੇ ਅੰਦਰ ਇਹ ਹੀਣ ਭਾਵਨਾ ਕਿ ਮੈਨੂੰ ਕੋਈ ਭਾਈ ਜੀ ਨਾ ਆਖੇ, ਭਾਈ ਜੀ ਨਹੀਂ ਅਖਵਾਉਣਾ, ਕਿਉਂਕਿ ਇਹ ਤਿਰਸਕਾਰ ਭਰਿਆ ਲਫ਼ਜ਼ ਬਣ ਗਿਆ। ਮੈਂ ਉੱਥੇ ਕਹਿੰਦਾ ਸੀ ਜਾਂ ਤਾਂ ਮੇਰਾ ਨਾਮ ਲਓ ਅਤੇ ਜਾਂ ਮੈਨੂੰ ਵੀਰ ਜੀ ਕਹਿ ਕੇ ਬੁਲਾਓ। ਮੇਰੇ ਅੰਦਰ ਇਹ ਹੀਣ ਭਾਵਨਾ ਆਉਣੀ ਸ਼ੁਰੂ ਹੋ ਗਈ ਸੀ ਮਿਸ਼ਨਰੀ ਕਾਲਜ ਤੋਂ ਬਾਅਦ, ਜਦੋਂ ਮੈਂ ਇੱਥੇ ਕੁਝ ਇਲਾਕਿਆਂ ਵਿੱਚ ਚੰਡੀਗੜ੍ਹ ਵਗੈਰਾ 'ਚ ਵਿਚਰਿਆ ਪੜ੍ਹੀ ਲਿਖੀ ਸ਼੍ਰੇਣੀ ਦੇ ਵਿੱਚ। ਉੱਥੇ ਮੈਨੂੰ ਉਸ ਨੌਜਵਾਨ ਬੱਚੇ ਨੇ ਜਿਹੜਾ ਚੌਥੀ ਪੜ੍ਹਦਾ ਸੀ, ਇਹ ਆਖਿਆ, ਵੀਰ ਜੀ ਤੁਸੀਂ ਪੜ੍ਹੇ ਹੋਏ ਹੋ? ਅਤੇ ਮੈਂ ਕਿਹਾ ਹਾਂ ਬੇਟਾ ਮੈਂ ਥੋੜ੍ਹਾ ਬਹੁਤ ਤਾਂ ਪੜ੍ਹਿਆ। ਅਤੇ ਮੈਨੂੰ ਉਹਨੇ ਇਹ ਗੱਲ ਆਖੀ ਉਸ ਵੇਲੇ ਜਿਹੜੀ ਮੈਨੂੰ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਨਹੀਂ ਭੁੱਲਣੀ, ਅਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਉਹਦੇ ਲਈ ਹਮੇਸ਼ਾ ਹੀ ਵਚਨਬੱਧਤਾ ਉਹਨਾਂ ਕੋਲੋਂ ਲੈ ਕੇ ਅਤੇ ਉਸ ਪਾਸੇ ਤੋਰਦਾ ਆਇਆ। ਅਤੇ ਤੁਹਾਨੂੰ ਵੀ ਮੈਂ ਉਹ ਗੱਲ ਕਹਿਣੀ ਹੈ, ਇਹ ਕੌੜਾ ਸੱਚ ਹੈ। ਮੈਨੂੰ ਕਹਿੰਦਾ, ਵੀਰ ਜੀ ਫਿਰ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਭਾਈ ਜੀ ਕਿਉਂ ਬਣੇ? ਅਤੇ ਮੈਨੂੰ ਉਸ ਵੇਲੇ ਇਸ ਗੱਲ ਨੇ ਝੰਜੋੜਿਆ ਕਿ ਇਹ ਬੱਚਾ ਜਿਹੜਾ 8 ਸਾਲ ਦਾ 9 ਸਾਲ ਦਾ ਹੈ, ਇਹਦੇ ਅੰਦਰ ਇੱਕ ਖਿਆਲ ਬੈਠ ਗਿਆ ਕਿ ਜਿਹੜੇ ਗੁਰਦੁਆਰੇ ਦੇ ਭਾਈ ਜੀ ਹੁੰਦੇ ਨੇ, ਗ੍ਰੰਥੀ ਸਿੰਘ, ਰਾਗੀ ਸਿੰਘ ਹੁੰਦੇ ਨੇ, ਇਹ ਅਨਪੜ੍ਹ ਹੁੰਦੇ ਆ, ਰੋਲੇ ਖੋਲੇ। ਉਸ ਵੇਲੇ ਫਿਰ ਮੈਂ ਮਹਾਰਾਜ ਕੋਲ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ ਮੈਨੂੰ ਇਸ ਸਮੱਤ ਦੇ ਦਿਓ, ਸਮਰੱਥਾ ਦੇ ਦਿਓ ਕਿ ਮੈਂ ਦੱਸ ਸਕਾਂ ਦੁਨੀਆ ਨੂੰ ਕਿ ਗੁਰਦੁਆਰੇ ਦਾ ਭਾਈ ਜੀ, ਗ੍ਰੰਥੀ ਸਿੰਘ, ਰੋਲਿਆ ਖੋਲਿਆ ਅਨਪੜ੍ਹ ਨਹੀਂ ਹੁੰਦਾ। ਅਤੇ ਮੈਂ ਉਸ ਵੇਲੇ ਅਰਦਾਸ ਕਰਕੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਗੁਰੂ ਨੇ ਬਹੁਤ ਕਿਰਪਾ ਕੀਤੀ, ਭਾਵੇਂ ਬਹੁਤ ਆਰਥਿਕ ਪੱਖੋਂ ਜਾਂ ਦੂਜੇ ਪੱਖੋਂ, ਪਰਿਵਾਰਕ ਪੱਖੋਂ ਅਣਸੁਖਾਵਾਂ ਮਾਹੌਲ ਵੀ ਰਿਹਾ, ਪਰ ਜਿਵੇਂ ਕਿਵੇਂ ਪ੍ਰਾਈਵੇਟ ਤੌਰ 'ਤੇ ਮੈਂ ਪੜ੍ਹਦਿਆਂ ਫਿਰ ਉਹ ਵੱਡੀਆਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ। ਇਹ ਪ੍ਰੋਫੈਸਰ ਮੈਂ ਨਹੀਂ ਆਪਣੇ ਨਾਮ ਨਾਲ ਕਦੀ ਲਾਇਆ, ਇਹ ਪਿਆਰ ਵਾਲੇ ਹੈ ਉਹ ਹੀ ਲਾਉਂਦੇ, ਅਤੇ ਮੈਨੂੰ ਤਾਂ ਪ੍ਰਿੰਸੀਪਲਸ਼ਿਪ ਦਾ ਮੌਕਾ ਮਿਲਿਆ ਸੀਗਾ। ਅਤੇ ਉਹ ਤੋਂ ਬਾਅਦ ਫਿਰ ਇੰਟਰਫੇਥ ਕਾਨਫਰੰਸਿਸ ਵਿੱਚ ਬਾਰ ਜਾਣ ਦਾ। ਮੈਂ ਤੁਹਾਨੂੰ ਇਹ ਇਸ ਕਰਕੇ ਕਹਿ ਰਿਹਾ, ਸਮੇਂ ਦਾ ਹਾਣੀ, ਜੇ ਤੁਸੀਂ ਗਿਆਨ ਦੇ ਪੱਖੋਂ ਆਪਣੇ ਆਪ ਨੂੰ ਨਹੀਂ ਬਣਾਓਗੇ, ਜਿੰਨੀਆਂ ਮਰਜ਼ੀ ਪ੍ਰਚਾਰਕ ਆਪਣਾ ਪ੍ਰਬੰਧਕਾਂ 'ਤੇ ਗਿਲੇ ਗੁਜ਼ਾਰੀਆਂ ਕਰ ਲਓ, ਜਿੰਨੇ ਮਰਜ਼ੀ ਤੁਸੀਂ ਲੋਕਾਂ ਦੇ ਉੱਤੇ ਗਿਲੇ ਗੁਜ਼ਾਰੀਆਂ ਕਰ ਲਓ, ਤੁਹਾਨੂੰ ਭਾਈ ਜੀ ਰੁਲੇ ਖੋਲੇ ਅਨਪੜ੍ਹ ਇਹ ਗਰਦਾਨੇ ਜਾਣਾ ਹੈ। ਮਾਨਸਿਕ ਤੌਰ 'ਤੇ ਹਮੇਸ਼ਾ ਹੀ ਇਹ ਪੀੜ੍ਹੀ ਦਰ ਪੀੜ੍ਹੀ ਇਹ ਸੰਤਾਪ ਤੁਹਾਨੂੰ, ਇਹ ਜ਼ਖਮ ਝੱਲਣੇ ਹੀ ਪੈਣੇ ਨੇ ਕਿ ਤੁਸੀਂ, ਕਿਉਂਕਿ ਤੁਹਾਨੂੰ ਹੋਰ ਕੋਈ ਕੰਮ ਨਹੀਂ ਮਿਲਿਆ, ਇਸ ਕਰਕੇ ਤੁਸੀਂ ਗੁਰਦੁਆਰੇ ਦੇ ਭਾਈ ਜੀ ਬਣ ਗਏ। ਤੁਸੀਂ ਕਹਿੰਦੇ ਹੋ ਕਿ ਵੱਡੀਆਂ ਮਿਡਲ ਕਲਾਸ ਦੇ ਜਿਹੜੇ ਸੌਖੇ ਨੇ ਆਰਥਿਕ ਪੱਖੋਂ, ਉਹਨਾਂ ਦੇ ਬੱਚੇ ਨਹੀਂ ਆਉਂਦੇ ਇਸ ਲਾਈਨ ਵਿੱਚ, ਉਹ ਨਹੀਂ ਭੇਜਣਾ ਕਿਸੇ ਨੇ, ਕਿਉਂਕਿ ਮਾਨਸਿਕ ਤੌਰ 'ਤੇ ਇਹ ਗੁਰੂ ਕੇ ਕਹਾਉਣ ਵਾਲਿਆਂ ਦੀ ਕੌਮ ਜਿਹੜੀ ਹੈ ਇਸ ਪੱਖੋਂ ਪੱਕ ਚੁੱਕੀ ਹੈ ਕਿ ਗੁਰਦੁਆਰੇ ਦਾ ਭਾਈ, ਗੁਰਦੁਆਰੇ ਦਾ ਗ੍ਰੰਥੀ, ਗੁਰਦੁਆਰੇ ਵਿੱਚ ਪ੍ਰਚਾਰਕ ਜਿਹੜਾ ਹੈ, ਗੁਰਦੁਆਰੇ ਦਾ ਰਾਗੀ ਸਿੰਘ ਜਿਹੜਾ ਹੈ, ਸੇਵਾਦਾਰ, ਇਹ ਰੁਲੇ ਖੁਲੇ ਅਨਪੜ੍ਹ ਹੁੰਦੇ ਨੇ। ਇਹ ਅੱਜ ਤੱਕ ਮੈਂ ਦੇਖ ਰਿਹਾ। ਇਸ ਕਰਕੇ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ, ਜਦੋਂ ਵੀ ਗੁਰਮਤਿ ਵਾਲਾ ਮੈਨੂੰ ਮੌਕਾ ਮਿਲਿਆ ਹੈ, ਲਗਾਤਾਰ ਇੰਸਟੀਚਿਊਟ ਹੁਣ ਤੱਕ, ਚਲੋ ਹੁਣ ਕੋਵਿਡ ਕਰਕੇ ਬੰਦ ਕੀਤੀ ਹੋਈ, ਜਿੰਨੇ ਵੀ ਵਿਦਿਆਰਥੀ ਪੜ੍ਹਾਏ ਨੇ, ਬੱਚੀਆਂ ਵੀ ਪੜ੍ਹਾਈਆਂ ਨੇ, ਮੈਂ ਸਭ ਨੂੰ ਗੁਰੂ ਦੀ ਬਖਸ਼ਿਸ਼ ਨਾਲ ਇਹ ਆਖਿਆ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਰੱਜ ਕੇ ਲਓ, ਇਤਿਹਾਸ ਦਾ ਲਓ,
पर यूनीवर्सिटियां दीयां पढ़ाइयां तुहानूं शायद कदी भी कम ना आउण, मेरे डिग्रियां कोई कम नहीं आईयां मैनूं, पर वो डिग्रियां ने जिहड़ा तुहानूं समाजिक तौर ते अपनी ही कौम दे विच मानसिक तौर ते जिहड़ा वो एक तुहाडा बणिया होया ना तिरस्कार भरिया अंदर ख्याल इमेज जिन्हों वो नहीं तोड़ सकना, वो नहीं टुटना, जिन्ना मर्जी तुसीं जोर ला लिओ। एक गल मैं इस करके भी कह रहा, गुरु साहब ने एक कीता है, उन्होंने अपने आप नूं भावें वो रब्बी जोत नाल प्रकाशे सी, समय दा हानी बनाया है ज्ञान दे पक्षों, दुनिया दे दूजे मत मतांतरां दे ग्रंथ आप पढ़े ने, उन्हां दे हवाले दिते ने गुरबाणी दे विच, हड्ड बीतियां समय दियां जिहड़ियां संसार दे वरतारे दियां गल्लां सी उन्हां नूं बहुत नीज नाल वाचिया, ਉਹਦੇ मुताबक फिर परथाए साखी महापुरख बोलदे दा महाराज ने ईडियम मुहावरा अपनाया है प्रचार दा, बाणी दे विच ਉਹ ਸਾਰੀਆਂ ਗੱਲਾਂ ਹਵਾਲਿਆਂ ਦੇ ਰੂਪ ਵਿੱਚ ਕੀਤੀਆਂ ਨੇ, ਪ੍ਰਮਾਣ ਦਿੱਤੇ ਨੇ। ਕੋਸ਼ ਤਿਆਰ ਹੋ ਰਿਹਾ ਹੈ, ਹੁਣ 2 ਕੋਸ਼ ਤਿਆਰ ਕੀਤੇ ਜਾ ਰਹੇ ਨੇ, ਲੱਗਿਆ ਜੇ ਗੁਰੂ ਨੂੰ ਪਾਇਆ ਤਾਂ ਹੋ ਜਾਏਗਾ। ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਪ੍ਰਮਾਣ ਦਿੱਤੇ ਨੇ, ਜੋ ਸੰਸਾਰ ਵਿੱਚ ਵਾਪਰ ਰਿਹਾ ਉਹਦੇ ਹਵਾਲੇ ਦਿੱਤੇ ਨੇ। ਜੇ ਤੁਸੀਂ ਇਹ ਨਹੀਂ ਦੇਖੋਗੇ, ਆ ਮਾਰੋ ਮਾਰ ਕਰਦਾ ਆ ਰਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਮਾਂ, ਜਿਸ ਨੇ ਕਿ ਸੰਸਾਰ ਦੇ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਵਾਲੇ ਪਾਸੇ ਤੋਰ ਲਿਆ ਹੋਇਆ ਹੈ। ਔਰ ਅੱਜ ਸੰਸਾਰ ਦੇ ਵਿਦਵਾਨ ਜਿਹੜੇ ਨੇ ਉਹ ਇਸ ਪੱਖੋਂ ਫਿਕਰਮੰਦ ਹੋ ਰਹੇ ਨੇ ਕਿ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਭਾਵ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਕਾਰਾਤਮਕ ਪੱਖ ਤੋਂ ਕਿਵੇਂ ਬਚਾਇਆ ਜਾ ਸਕਦਾ। ਇਸ ਟੈਕਨੋਲੋਜੀ ਦੀ ਗੁਲਾਮੀ ਤੋਂ ਬਿਨਾਂ ਰੋਬੋਟ ਆ ਰਿਹਾ। ਤੁਹਾਡੇ ਪ੍ਰਚਾਰਕ ਵੀ ਜਿਹੜੇ ਨੇ ਹੁਣ ਪ੍ਰਚਾਰਕ ਨਹੀਂ ਰਹਿਣੇ, ਰੋਬੋਟ ਨੇ ਪ੍ਰਚਾਰਕ ਬਣਨਾ। ਬੰਦਾ ਟੀਚਰ ਦੇ ਤੌਰ ਤੇ ਸਕੂਲਾਂ 'ਚੋਂ ਮਨਫੀ ਹੋ ਰਿਹਾ। ਹੁਣ ਅਧਿਆਪਕ ਵੀ ਜਿਹੜੇ ਨੇ ਉਹ 5 ਭੂਤਕ ਸਰੀਰਾਂ ਵਾਲੇ ਨਹੀਂ, ਰੋਬੋਟ ਆ ਰਹੇ ਨੇ, ਆਉਣੇ ਸ਼ੁਰੂ ਹੋ ਗਏ ਹੋਏ ਨੇ। ਮੇਰੇ ਖਿਆਲ ਤੁਹਾਨੂੰ ਕਈਆਂ ਨੂੰ ਪਤਾ ਹੋਣਾ ਇਸ ਬਾਰੇ ਕਿ ਇੱਥੇ ਹਿੰਦੁਸਤਾਨ 'ਚ ਵੀ ਆ ਚੁੱਕੇ ਨੇ। ਰੋਬੋਟ ਰਾਹੀਂ ਹੁਣ ਸਾਰਾ ਸੰਸਾਰ ਜਿਹੜਾ ਹੈ ਉਹ ਚੱਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੁਝ ਸਾਲਾਂ ਦੇ ਅੰਦਰ ਅੰਦਰ ਤੁਸੀਂ ਇਹ ਵਰਤਾਰਾ ਦੇਖੋਗੇ। ਮੇਰੇ ਵੀਰੋ, ਮੇਰੇ ਬੱਚਿਓ, ਥੋੜ੍ਹਾ ਜਿਹਾ ਸਮੇਂ ਦੇ ਹਾਣੀ ਬਣਨ ਵਾਲੇ ਪਾਸੇ ਚੇਤਨ ਹੋਵੋ, ਚਿੰਤਤ ਨਹੀਂ, ਚੇਤਨ ਹੋਵੋ। ਮੈਂ ਇਹਨਾਂ ਮਿਸ਼ਨਰੀ ਕਾਲਜਾਂ ਵਾਲਿਆਂ ਨੂੰ ਵੀ ਇਹ ਕਹਾਂਗਾ, ਇਹਨਾਂ ਬੱਚਿਆਂ ਨੂੰ ਗੁਰਮਤੀ ਪੜ੍ਹਾਈ ਕਰਾਉਂਦੇ ਹੋ, ਜੰਮ ਵਿਆਹ ਕਰਨਾ ਪੜ੍ਹਾਓ, ਜੰਮ ਤੁਸੀਂ ਹੋਰ ਚੀਜ਼ਾਂ ਪੜ੍ਹਾਓ, ਉਚਾਰਨ ਪੜ੍ਹਾਓ, ਸੰਗੀਤ ਪੜ੍ਹਾਓ, ਜੋ ਵੀ ਹੈ ਸਭ ਪੜ੍ਹਾਓ, ਰੱਜ ਕੇ ਪੜ੍ਹਾਓ। ਪਰ ਇਹ ਤੁਹਾਡਾ ਉਹਨਾਂ ਚਿਰ ਤੱਕ ਕੀਤਾ ਹੋਇਆ ਉਦਮ ਪ੍ਰਸੰਗਕ ਨਹੀਂ ਹੋਣਾ, ਫਲੀਭੂਤ ਨਹੀਂ ਹੋਣਾ, ਜੇ ਆਪਣੇ ਵਿਦਿਆਰਥੀਆਂ ਨੂੰ ਦੁਨਿਆਵੀ ਪੜ੍ਹਾਈ ਜਿਹੜੀ ਹੈ ਉਸ ਦੇ ਪਾਸੇ ਨਹੀਂ ਤੋਰੋਗੇ। ਮੈਂ ਫਿਰ ਇਹ ਗੱਲ ਕਹਿ ਕੇ ਕਿ ਡਿਗਰੀਆਂ ਯੂਨੀਵਰਸਿਟੀਆਂ ਦੀਆਂ ਸਿੱਧੇ ਤੌਰ ਤੇ ਭਾਵੇਂ ਤੁਹਾਡੇ ਕੰਮ ਨਾ ਆਉਣ, ਪਰ ਇਹਨਾਂ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਦੇ ਵਿੱਚ ਮਾਨਸਿਕ ਤੌਰ ਤੇ ਸਤਿਕਾਰ ਦਿਵਾਉਣ ਦੇ ਜ਼ਰੂਰ ਕੰਮ ਆਉਣਗੀਆਂ। ਇਹ ਮੈਂ ਦੇਖ ਚੁੱਕਿਆ ਹੋਇਆ। ਅਗਲੀ ਗੱਲ ਜਿਹੜੀ ਮੈਂ ਕਹੀ ਸੀ ਕਿ ਤਕਨੀਕੀ ਤੌਰ ਤੇ ਆਪਣੀਆਂ ਕਾਲਜਾਂ ਵਿੱਚ ਜਿਹੜੀ IT ਦੀ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ, ਮੈਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨਾਲ ਵੀ ਬੈਠ ਕੇ ਕਰਦਾ। ਹੁਣ ਵੀ ਬਾਹਰੋਂ ਆਇਆ ਤੇ ਉੱਥੇ ਵੀ ਇਹ ਗੱਲ ਕਰਕੇ ਆਇਆ। ਔਰ ਇਸ ਵੇਲੇ ਇਹ ਇੰਨਾ ਖੂਬਸੂਰਤ ਸਮਾਂ ਖਾਲਸਾ ਜੀ ਕੇ ਬੋਲ ਬਾਲੇ ਦਾ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਆ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਸ ਨੇ ਪ੍ਰਸੰਗਕ ਕਿਵੇਂ ਬਣਨਾ ਹੈ, ਉਸ ਦੀ ਲੋੜ ਸੰਸਾਰ ਨੂੰ ਕਿਵੇਂ ਮਹਿਸੂਸ ਹੋਣੀ ਹੈ। ਇਹ ਫਿਕਰ ਜਿਹੜਾ ਹੈ ਆਰਟੀਫਿਸ਼ੀਅਲ ਟੈਕਨੋਲੋਜੀ ਦਾ, ਰੋਬੋਟ ਟੈਕਨੋਲੋਜੀ ਦਾ, ਜਿਹੜਾ ਇਸ ਵੇਲੇ ਸਾਰੇ ਸੰਸਾਰ ਦੇ ਵਿਦਵਾਨਾਂ ਨੂੰ ਫਿਕਰਮੰਦ ਕਰ ਰਿਹਾ ਹੈ। ਜੇ ਇਸ ਟੈਕਨੋਲੋਜੀ ਦਾ, ਇਸ ਰੋਬੋਟ ਟੈਕਨੋਲੋਜੀ ਦਾ ਤੁਸੀਂ ਗੁਰਮਤ ਦੇ ਆਧਾਰ ਤੇ ਸਹੀ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ, ਇਹਦੇ ਲਈ ਕਿਤੇ ਚਰਚਾਵਾਂ ਸ਼ੁਰੂ ਕਰੋ। ਇਹਦੇ ਲਈ ਤੁਸੀਂ ਕਿਤੇ ਆਪਸ ਵਿੱਚ ਹੀ ਬੈਠ ਕੇ ਵਿਚਾਰ ਵਟਾਂਦਰੇ ਕਰੋ। ਯੂਨੀਵਰਸਿਟੀਆਂ ਦੇ
ਜਿਹੜੇ ਤਕਨੀਕਾਂ ਦੇ ਟੈਕਨੋਲੋਜੀ ਦੇ ਮਾਹਰ ਨੇ ਉਹਨਾਂ ਨਾਲ ਬੈਠ ਕੇ ਕਿ ਅਸੀਂ ਆਪਣੇ ਪ੍ਰਚਾਰਕਾਂ ਨੂੰ ਇਸ ਪੱਖੋਂ ਕਿਵੇਂ ਅੱਜ ਦੇ ਹਾਣੀ ਬਣਾਈਏ ਗਿਆਨ ਦੇ ਪੱਖੋਂ। ਤੇ ਮੈਂ ਸਮਝਦਾ ਇਹ ਜਿਹੜੀ ਤਿਰਸਕਾਰ ਭਰੀ ਮਾਨਸਿਕਤਾ ਸਾਡੇ ਆਪਣਿਆਂ ਵਿੱਚ ਹੀ ਬਣੀ ਹੈ, ਦੂਜਿਆਂ ਵਿੱਚ ਨਹੀਂ। ਦੂਜਿਆਂ ਵਿੱਚ ਅੱਜ ਵੀ ਬਹੁਤ ਮਾਣ ਸਤਿਕਾਰ ਹੈ। ਮੈਂ 30 ਸਾਲ ਹੋ ਗਏ ਇੰਟਰਫੇਥ ਕਾਨਫਰੰਸਿਸ ਵਿੱਚ ਜਾਣਾ, ਮੈਨੂੰ ਕਦੀ ਇਸ ਬਾਣੇ ਦੇ ਕਰਕੇ ਤਿਰਸਕਾਰ ਨਹੀਂ ਝੱਲਣਾ ਪਿਆ। ਬਗਾਨੇ ਕਹੇ ਜਾਣੇ ਵਾਲਿਆਂ ਵਿੱਚ ਤੇ ਨਹੀਂ ਚੱਲਣਾ ਪਿਆ, ਆਪਣਿਆਂ ਵਿੱਚ ਤੇ ਜ਼ਰੂਰ ਇਹ ਚੀਜ਼ ਹੈਗੀ ਹੈ। ਇਹ ਟੁੱਟ ਸਕੇਗਾ ਤਲਿਸਮ ਜੇ ਤੁਸੀਂ ਇਸ ਪੱਖੋਂ ਉਦਮਸ਼ੀਲ ਹੋਵੋਗੇ। ਆਹ ਫੰਡਸ ਦੀ ਗੱਲ ਇੱਥੇ ਦੂਜੀ ਤੀਜੀ ਹੋਈ। घर को आग लग गई घर के चिराग से, अकाल तख्त साहिब दी सेवा वेले ये अपने ही चढ़ती जवानी वेले दे जख्म जिन्हों मैं फिर उस वेले पूरा करन दा यतन किया। श्री हरिमंदर साहिब दा वो रागी सिंह जदों मैं 10वीं पढ़दा सीगा उस वेले वो सूरमा सिंह नूं जिहड़ा हरमंदर साहिब दा कीर्तनिया सी रिटायरमेंट वेले तुसीं नहीं देखिया नौजवान बच्चिओ, बाबा अटल साहिब दा गुरुद्वारा अज वो बंद हो गया सारा कुछ। बाबा अटल साहिब दे सामने उत्थे लिखिया हुंदा सी बाबा अटल पक्की पकाई घल, ते गुरुद्वारा साहिब दे सामने वो ढाबा हुंदा सी ते उत्थों मां दी दाल ते तंदूर दीयां रोटियां लोकी लै के ते उत्थे बाहर कतारां लगियां हुंदियां सी ते उत्थे लोकी वो रोटियां लै के ते छकदे सी। उस सूरमा सिंह रागी सिंह नूं गुरु प्यारिओ मैं आप उत्थे बैठे हरमंदर साहिब दे उस कीर्तनीय नूं मैं उत्थे बैठ के रोटियां मंगते देखिया सी। वो जख्म सी मेरे अंदर। उस वेले मैं तख्त साहिब की सेवा वेले एक गुरु दे सामने अरदास की पातशाह मैनूं सुमत दिओ, ते मैं उस वेले गुरमत प्रचारक विश्व गुरमत प्रचारक सभा होंद विच लिआंदी सी, जिहदा ਗਿਆਨੀ ਸੰਤ ਸਿੰਘ ਮਸਕੀਨ होरां नूं प्रधान बनाया। 22 ਲੱਖ रुपया जिदन वो चढ़ाई कीते ने अज भी विश्व गुरमत प्रचारक सभा के नाम के बैंक विच पिया। वो गल वखरी है। साडियां ही अपनियां वो छोटियां छोटियां, मैं क्यों नहीं प्रधान, ये क्यों सकत्तर है, ये क्यों ग्रंथी रागी सिंघां ने ही उन्होंने उलझा के वो फंड अज 24-25 लाख रुपया बन गया होया पिया। पर हाँ जी 40 लाख हो गया। सिंह साहब नूं ज़्यादा इस बारे जानकारी मैं मिन्नतां कर हटिया। ओ गुरु के कहण वाले हो दूजियां नूं ये मिठत नीवी नानका गुण चंगियाइयां दा पढ़ाई जाओगे कि अपने लिए भी कुछ प्रधानगियां सकत्तरियां पिछो विश्व गुरमत प्रचारक सभा जिहड़ी अज मरी नहीं है अजे, पर ओ चलो मैं इस करके कह रहा सभावां जिन्नियां मर्जी बना लो। इंग्लैंड दे विच उत्थे मैं 99 अमृत प्रचार करने वास्ते गया ते उत्थे मैनूं ग्रंथी सिंह इकट्ठे हो के रागी सिंह मिले कि सिंह साहब बड़ी इत्थे साडी दुर्दशा करते हैं, प्रबंधक बहुत तिरस्कार है साडा, तुसीं कुछ करके जाओ इस वेले। ते मैं सारे उत्थे 15-20 दिन अपने ग्रंथी सिंघां नूं बुला के रागी सिंघां नूं बुला के इकट्ठियां करके ते उत्थे गुरमत प्रचार सभा बनाती। प्रबंधक मेरे खिलाफ हो गए कि तुसीं इत्थे गिला गड्ढ के चलिओ। वो गल इस करके कीती सीगी क्योंकि वो अखबार निकलदा सी देश प्रदेश उत्थों, उहदे विच वो लिखिया सी प्रचारकां बारे कि इत्थे प्रचारक आउंदे ने ते खा खा के मक्खण पनीर वाले परौंठे ते कामी हरनां दीयां डारां वांग इत्थे घुमदे है। वो मेरे सामने जदों आया ते मैं इस नूं भी वंगार समझिया ते इकट्ठे करके बनाती सभा। बहुत सोहनी बन गई। तो मैनूं कहंदे तुसीं ये किला गड्ढ के चले हो साडे विच तिखा नहीं। बहुत महाराज की कृपा नाल सिंह साहब ज्ञानी जसवंत सिंह परवाना होरी होर प्रचारक उन्होंने बड़ा सन्मान भी दिता। अज्ञानी गुरबख्श सिंह गुलशन होरी आउंदे ने इत्थे, तुसीं जाणदे होवोगे प्रचारक, उन्होंने प्रधान बनाया। 6 महीने नहीं चले तो आपस विच ही उलझ के रह गए। साडी अपनी ही जिहड़ी है प्रचारक सभा जिहड़ी है वो उलझ के रह गई। तो वो प्रचारक फिर मैनूं मजाक, हालांकि उही दस जिहड़ा देश प्रदेश अखबार वाला सी, ये सभा बनन तो बाद जो 4-5 वड्डे प्रोग्राम कीते ना, इत्थे किसी गुरमुख प्यारे मेरे वीर ने आखिया कि वो वहीर कढो बड़ा प्रभाव पएगा। तो वो 3-4 प्रोग्राम कीते उन्होंने, तो वो अखबार वाले ने ही लिखिया जाग पए कौमी परवाने।
ਉਹ ਕਟਿੰਗ ਮੇਰੇ ਕੋਲ ਅਜੇ ਤੱਕ ਵੀ ਪਈਆਂ ਨੇ ਕਿ ਗ੍ਰੰਥੀ ਰਾਗੀ ਸਿੰਘਾਂ ਬਾਰੇ ਹੀ ਉਹਨਾਂ ਨੇ ਲਿਖਿਆ ਵੀ ਜਾਗ ਪਏ ਕੌਮੀ ਪਰਵਾਨੇ। ਇੰਨਾ ਪ੍ਰਭਾਵ, ਪਰ 6 ਮਹੀਨੇ ਤੋਂ ਬਾਅਦ ਹੀ ਉਹ ਸਭਾ ਡੱਬੇ 'ਚ ਪੈ ਗਈ, ਕਿਉਂਕਿ ਉਹ ਪ੍ਰਧਾਨਗੀਆਂ ਸਕੱਤਰੀਆਂ ਪਿੱਛੇ। ਮੈਂ ਇਹ ਗੱਲਾਂ ਇਸ ਕਰਕੇ ਕਹਿ ਰਿਹਾ ਗੁਰੂ ਪਿਆਰਿਓ, ਸੁਪਨੇ ਵੱਡੇ ਲਓ। ਇੱਥੇ ਕਹਿ ਰਹੇ ਸੀਗੇ ਮੇਰੇ ਵੀਰ, ਵੱਡੇ ਸੁਪਨੇ ਲਓ, ਵੱਡੀਆਂ ਇੱਛਾਵਾਂ, ਵੱਡੇ ਫੁਰਨੇ ਲਓ, ਪਰ ਉਹਦੇ ਨਾਲ ਨਾਲ ਆਪਣੇ ਆਪ ਨੂੰ ਫਿਰ ਉਸ ਵੱਡੇਪਣ ਦਾ ਹਾਣੀ ਬਣਾਉਣ ਲਈ ਵੀ ਗੁਰੂ ਅੱਗੇ ਝੋਲੀ ਅੱਡ ਕੇ ਉਹ ਮਿੱਠਤ ਨੀਵੀਂ ਨਾਨਕਾ ਦਾ ਸਬਕ ਸਿੱਖੋ। ਅਗਲੀ ਗੱਲ ਬਸ ਕਹਿ ਕੇ ਮੈਂ ਖਤਮ ਕਰਾਂ। ਅੱਜ ਜਿੰਨਾ ਵਾਦ ਵਿਵਾਦ ਗੁਰੂ ਦੀ ਪ੍ਰਚਾਰਕ ਸ਼੍ਰੇਣੀ ਵਿੱਚ, ਭਾਵੇਂ ਉਹ ਡੇਰਾਵਾਦ ਵਾਲੇ ਨੇ ਤੇ ਭਾਵੇਂ ਉਹ ਮਿਸ਼ਨਰੀ ਨੇ ਤੇ ਭਾਵੇਂ ਜਿਹੜੇ ਵੀ ਨੇ, ਮੈਂ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ। ਗੁਲਦਸਤੇ ਕਦੀ ਕੰਡਿਆਂ ਦੇ ਨਹੀਂ ਬਣਦੇ ਹੁੰਦੇ ਗੁਰੂ ਪਿਆਰਿਓ, ਗੁਲਦਸਤੇ ਤੇ ਫੁੱਲਾਂ ਦੇ ਹੀ ਬਣਦੇ ਹੁੰਦੇ। ਕੰਡਿਆਂ ਨਾਲ ਗੁਲਦਸਤੇ ਨਹੀਂ ਕਦੀ ਬਣੇ, ਫੁੱਲਾਂ ਦੇ ਨਾਲ ਡੰਡੀਆਂ ਤੇ ਕੰਡੇ ਲੱਗੇ ਵੀ ਹੋਣ ਤਾਂ ਜਿਹੜੇ ਗੁਲਦਸਤੇ ਬਣਾਉਣ ਵਾਲੇ ਹੁੰਦੇ ਹੈ ਉਹ ਡੰਡੀਆਂ ਨੂੰ ਛੁਪਾ ਦਿੰਦੇ ਹੈ, ਫੁੱਲ ਹੀ ਨਜ਼ਰ। ਸਾਨੂੰ ਗੁਰੂ ਨੇ ਉਹੀ ਗੱਲ ਸਿਖਾਈ ਸੀ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਅਸੀਂ ਉਸ ਸਿੱਖ ਫੁਲਵਾੜੀ ਦੇ ਵਿੱਚ ਫੁੱਲ ਬਣਨ ਦੀ ਬਜਾਏ ਪਤਾ ਨਹੀਂ ਇਹ ਕੰਡੇਪਣ ਵਾਲਾ ਕਿਉਂ ਆ ਗਿਆ, ਕਿੱਥੇ ਅਸੀਂ ਰੁੱਖੇ ਹੋ ਗਏ, ਕਿੱਥੇ ਅਸੀਂ ਆਪਣੀ ਉਸ ਗੱਲ ਨੂੰ ਭਾਈ ਰਣਜੋਤ ਸਿੰਘ ਆਖ ਰਹੇ ਸੀਗੇ ਸ਼ੁਰੂ 'ਚ ਹੀ, ਮੇਰੇ ਤੋਂ ਸ਼ੁਰੂ ਹੋ ਕੇ ਗਿਆਨ ਮੇਰੇ ਤੋਂ ਮੁੱਕ ਜਾਂਦਾ, ਮੇਰੇ ਤੋਂ ਸ਼ੁਰੂ ਹੋ ਕੇ ਗੁਰਮਤਿ ਦੀ ਸਮਝ ਮੇਰੇ 'ਤੇ ਮੁੱਕ ਜਾਂਦੀ ਹੈ, ਬਾਕੀ ਜੋ ਕੁਛ ਹੈ ਮੈਂ ਉਹਦੇ ਬਾਰੇ ਨਾ ਕਰਾਂ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਇਹਨਾਂ ਕਾਲਜਾਂ ਦੇ ਵਿੱਚੋਂ ਮੈਨੂੰ ਸੁਣਨਾ ਪਿਆ ਹੈ, ਅੱਜ ਵੀ ਮੇਰੇ ਕੋਲੋਂ ਪਈਆਂ ਨੇ ਕਿ ਮੈਨੂੰ ਸੁਣਨਾ ਪਿਆ ਸਾਹਮਣੇ, ਕਿਉਂਕਿ ਮੈਨੂੰ ਕਹਿੰਦੇ ਸੀ ਇਹ ਮਿਸ਼ਨਰੀਆਂ ਦਾ ਸਰਗਣਾ ਹੈ, ਇਹ ਮਿਸ਼ਨਰੀ ਤੇ ਗਟਰ ਦੇ ਕੀੜੇ ਹੁੰਦੇ। ਮੈਂ ਇਹ ਸੁਣਿਆ ਬੋਲ ਆਪਣੀ ਝੋਲੀ ਪਵਾਉਂਦਾ ਰਿਹਾ ਉਸ ਵੇਲੇ, ਪਰ ਮੈਂ ਗੁਰੂ ਅੱਗੇ ਤੁਹਾਡੇ ਇਹਨਾਂ ਬੱਚਿਆਂ ਲਈ ਅਰਦਾਸ ਕਰਕੇ ਤੁਹਾਤੋਂ ਵਿਤਾ ਲੈ ਰਿਹਾ, ਨਹੀਂ ਤੁਸੀਂ ਗਟਰ ਦੇ ਕੀੜੇ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ, ਉਹ ਜਿਸ ਨੂੰ ਮਹਾਰਾਜ ਕਹਿੰਦੇ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ, ਉਹ ਕੀੜੇ ਇਹ ਜਿਹੜੇ ਇਹ ਤਿਰਸਕਾਰ ਭਰੇ ਬੋਲਾਂ ਵਾਲੇ ਨਹੀਂ, ਤੁਸੀਂ ਉਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਹਜ਼ੂਰ ਦੇ ਪ੍ਰਚਾਰਕ ਬਣ ਸਕੋ ਜਿਹਦੇ ਤੇ ਆਉਣ ਵਾਲੀਆਂ ਪੀੜ੍ਹੀਆਂ ਮਾਣ ਕਰ ਸਕੋ। ਰਹਿਤਨਾਮਿਆਂ 'ਚ ਇੱਕ ਗੱਲ ਲਿਖੀ ਸੀ ਮੇਰੇ ਵੀਰ ਨੇ, ਡਾਕਟਰ ਸੇਵਕ ਸਿੰਘ ਨੇ ਗੱਲ ਆਖੀ, ਇੱਕ ਹਿਰਖ ਪ੍ਰਗਟ ਕੀਤਾ ਉਸਨੇ ਕਿ ਸਾਨੂੰ ਆਪਣੀ ਭਾਸ਼ਾ ਦੇ ਉੱਤੇ ਵੀ ਮਾਣ ਨਹੀਂ ਰਿਹਾ, ਆਪਣੀ ਭਾਸ਼ਾ ਦੀ ਸ਼ਬਦਾਵਲੀ ਵੀ ਸਾਡੇ ਕੋਲ ਉਸ ਤਰ੍ਹਾਂ ਦੀ ਅਮੀਰ ਨਹੀਂ ਰਹੀ। ਕਿਉਂ ਨਹੀਂ ਰਹੀ? ਇਸ ਦੇ ਕਾਰਨ ਤੇ ਸਾਨੂੰ ਲੱਭਣੇ ਪੈਣਗੇ। ਕਿਉਂ ਅਸੀਂ 15 ਮਿੰਟ ਵੀ ਨਿਰੋਲ ਆਪਣੀ ਭਾਸ਼ਾ ਵਿੱਚ ਨਹੀਂ ਬੋਲ ਪਾਉਂਦੇ, ਇਹ ਸੋਚਣਾ ਪਏਗਾ। ਅਗਲੀ ਗੱਲ, ਸਾਨੂੰ ਆਖਿਆ ਸੀ ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਤੇ ਸਿੱਖੇ ਜਾਈ, ਪਰ ਨਾਲ ਹੀ ਆਖਿਆ ਸੀ ਅਵਰ ਵਿਦਿਆ ਵੀ ਜਹ ਕਹਿ ਲੈ। ਉਹ ਅਵਰ ਵਿਦਿਆ ਜਿਹੜੀ ਹੈ ਨਾ, ਜਿੱਥੋਂ ਕਿਤੋਂ ਵੀ ਮਿਲਦੀ ਹੈ, ਉਹ ਪ੍ਰਾਪਤ ਕਰਕੇ ਪ੍ਰਚਾਰਕ ਸ਼੍ਰੇਣੀ ਜੇ ਸਮੇਂ ਦੇ ਜਿਨ੍ਹਾਂ ਨੂੰ ਤੁਸੀਂ ਪ੍ਰਚਾਰ ਕਰਨਾ ਹੈ ਉਹਨਾਂ ਨਾਲੋਂ ਗਿਆਨ ਦੇ ਵਿੱਚ 10 ਕਦਮ ਅੱਗੇ ਨਹੀਂ ਹੋ ਤਾਂ ਫਿਰ ਤੁਹਾਡੀ ਗੱਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਸੇ ਨੇ ਸੁਣਨਾ ਨਹੀਂ ਤੇ ਉਹ ਯਾਦਗਾਰੀ ਪ੍ਰਭਾਵ ਛੱਡ ਨਹੀਂ ਸਕਣਾ। ਗੁਰੂ ਕਰੇ ਤੁਸੀਂ ਇਸ ਪੱਖੋਂ ਚੇਤਨ ਹੋ ਸਕੋ, ਚਿੰਤਾ ਨਹੀਂ, ਚੇਤਨਤਾ ਦੀ ਲੋੜ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।